मूसला कतलकांड ਦੇ ਵਿੱਚ ਸ਼ਾਮਲ ਸ਼ੂਟਰ ਪ੍ਰਿਆਵਰਤ ਫੌਜੀ ਨੂੰ ਮਾਨਸਾ ਕੋਰਟ ਨੇ ਭੇਜਿਆ ਜੇਲ੍ਹ। ਕਸ਼ਿਸ਼ ਕੇਸ਼ਵ ਤੇ ਦੀਪਕ ਵੀ ਨਿਆਇਕ ਹਿਰਾਸਤ ਵਿੱਚ। ਰਿਮਾਂਡ ਖਤਮ ਹੋਣ ਮਗਰੋਂ ਕੀਤਾ ਗਿਆ ਸੀ ਕੋਰਟ ਦੇ ਵਿੱਚ ਪੇਸ਼। ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਫਿਰ ਮਿਲਿਆ ਰਿਮਾਂਡ। ਬਾਬਾ ਬਕਾਲਾ ਕੋਰਟ ਨੇ 4 ਦਿਨਾਂ ਦੀ ਰਿਮਾਂਡ ਤੇ ਭੇਜਿਆ। 2017 ਦੇ ਇੱਕ ਮਾਮਲੇ 'ਚ ਅੰਮ੍ਰਿਤਸਰ ਦਿਹਾਤੀ ਪੁਲਿਸ ਕਰ ਰਹੀ ਹੈ ਪੁੱਛਗਿੱਛ। ਸਾਬਕਾ ਅਕਾਲੀ ਮੰਤਰੀ ਦੇ ਭਤੀਜੇ ਦਲਜੀਤ ਗਿਲਜਾ ਨੂੰ ਮੁੜ 4 ਦਿਨਾਂ ਦੀ ਰਿਮਾਂਡ। ਦਲਜੀਤ ਰਿਸ਼ਵਤ ਦੇ ਇਲਜ਼ਾਮਾਂ ਨੂੰ ਕੀਤਾ ਖਾਰਿਜ। ਕਿਹਾ ਸਿਆਸੀ ਬਦਲਾਖੋਰੀ ਦੇ ਤਹਿਤ ਕੀਤੀ ਗਈ ਹੈ ਕਾਰਵਾਈ। ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੰਤਰੀਆਂ ਨੂੰ ਸੌਂਪੀ ਨਵੀਂ ਜ਼ਿੰਮੇਵਾਰੀ। ਗ੍ਰਹਿ ਜ਼ਿਲ੍ਹੇ ਛੱਡ ਕੇ ਮੰਤਰੀਆਂ ਨੂੰ ਦੂਜੇ ਜ਼ਿਲ੍ਹਿਆਂ ਦੀ ਸੌਂਪੀ ਕਮਾਨ। ਵਿਕਾਸ ਕਾਰਜਾਂ ਤੇ ਲੋਕ ਭਲਾਈ ਸਕੀਮਾਂ ਲਾਗੂ ਕਰਨ ਦੀ ਦਿੱਤੀ ਜ਼ਿੰਮੇਵਾਰੀ। ਸੁਲਤਾਨਪੁਰ ਲੋਧੀ 'ਚ ਸੀਐਮ ਮਾਨ ਨੇ ਪਵਿੱਤਰ ਕਾਲੀ ਵੇਈ ਨਦੀ ਦਾ ਪੀਤਾ ਪਾਣੀ। ਵੇਈ ਨੂੰ ਸਾਫ਼ ਕਰਨ ਦੇ ਵਿੱਚ ਲੱਗੇ ਹੋਏ ਨੇ ਸੰਤ ਸੀਚੇਵਾਲ। ਪੰਜਾਬ 'ਚ ਹੁਣ ਟ੍ਰੈਫਿਕ ਨਿਯਮ ਤੋੜਨ ਤੇ ਭਰਨਾ ਹੋਵੇਗਾ ਭਾਰੀ ਜੁਰਮਾਨਾ। ਮਾਨ ਸਰਕਾਰ ਨੇ ਚਲਾਨ ਦੇ ਵਧਾਏ ਰੇਟ। ਗੱਡੀ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਕਰਨ ਤੇ ਲੱਗੇਗਾ 5 ਤੋਂ 10,000 ਰੁਪਏ ਤੱਕ ਦਾ ਜੁਰਮਾਨਾ। ਲਾਇਸੈਂਸ ਵੀ ਹੋਵੇਗਾ ਸਸਪੈਂਡ। ਪੰਜਾਬ 'ਚ ਬਾਰਿਸ਼ ਨਾਲ ਆਫਤ। ਕਈ ਇਲਾਕਿਆਂ ਦੇ ਵਿੱਚ ਪਾਣੀ ਭਰਨ ਦੇ ਕਾਰਨ ਵਧੀ ਪਰੇਸ਼ਾਨੀ। ਕਈ ਪਿੰਡਾਂ ਦੇ ਵਿੱਚ ਸੈਂਕੜੇ ਏਕੜ ਫਸਲ ਹੋਈ ਨਸ਼ਟ। ਪਹਾੜਾਂ 'ਚ ਵੀ ਆਫਤ ਦੀ ਬਰਸਾਤ ਜਾਰੀ। ਕਿਨੌਰ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਸੰਗਲਾ ਘਾਟੀ ਦੇ ਵਿੱਚ ਆਇਆ ਹੜ੍ਹ। ਥੇਮ ਗਰੰਗ ਨਾਲੀ ਦੇ ਵਿੱਚ ਪਹਾੜਾਂ ਤੋਂ ਡਿੱਗੇ ਵੱਡੇ ਪੱਥਰ। ਸਥਾਨਕ ਲੋਕਾਂ ਦੀ ਵਧੀ ਪਰੇਸ਼ਾਨੀ। ਮੋਗਾ 'ਚ ਭਾਰੀ ਮੀਂਹ ਦੇ ਕਾਰਨ ਵਿਸ਼ਵਕਰਮਾ ਚੌਂਕ ਦੇ ਨੇੜੇ ਡਿੱਗੀ ਕੰਧ। ਮਲਬੇ ਹੇਠਾਂ ਦਬ ਕੇ 2 ਬੱਚਿਆਂ ਦੀ ਮੌਤ। ਝੁੱਗੀ ਦੇ ਵਿੱਚ ਰਹਿ ਰਹੇ ਸੀ 8 ਪ੍ਰਵਾਸੀ ਮਜ਼ਦੂਰ। ਕੁਰਕਸ਼ੇਤਰ 'ਚ ਚੱਲਦੀ ਸਕੂਲ ਬੱਸ ਤੋਂ ਡਿੱਗੀ 5 ਸਾਲਾ ਬੱਚੀ। ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਤਸਵੀਰਾਂ। ਪਰਿਵਾਰ ਨੇ ਬੱਸ ਡਰਾਈਵਰ ਤੇ ਲਗਾਏ ਲਾਪਰਵਾਹੀ ਦੇ ਇਲਜ਼ਾਮ। ਕੋਟਕਪੂਰਾ 'ਚ ਬੇਜ਼ੁਬਾਨ ਤੇ ਬੇਰਹਿਮੀ। ਪਾਲਤੂ ਕੁੱਤੇ ਦੇ ਭੌਂਕਣ ਤੇ ਗੁਆਂਢੀ ਨੇ ਮਾਰੀ ਗੋਲੀ। ਕੁੱਤੇ ਦੀ ਮੌਕੇ ਤੇ ਹੋਈ ਮੌਤ। ਮਾਮਲਾ ਦਰਜ। ਸਾਬਕਾ ਸਪੀਕਰ ਤੇ ਅਕਾਲੀ ਆਗੂ ਨਿਰਮਲ ਸਿੰਘ ਕਾਲੋਂ ਦਾ ਹੋਇਆ ਅੰਤਮ ਸੰਸਕਾਰ। ਨਮ ਅੱਖਾਂ ਦੇ ਨਾਲ ਦਿੱਤੀ ਗਈ ਅੰਤਮ ਵਿਦਾਈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਹੋਏ ਸ਼ਾਮਿਲ। ਐਤਕੀ ਚੰਡੀਗੜ੍ਹ 'ਚ ਦਿਖੇਗੀ ਭਾਰਤੀ ਹਵਾਈ ਸੈਨਾ ਦੀ ਤਾਕਤ। 8 ਅਕਤੂਬਰ ਨੂੰ ਚੰਡੀਗੜ੍ਹ ਦੇ ਵਿੱਚ ਹੋਵੇਗੀ ਇੰਡੀਅਨ 에ਅਰ ਫੋਰਸ ਡੇ ਦੀ ਪਰੇਡ। IAF ਚੀਫ ਬੋਲੇ ਹੁਣ ਹਰ ਸਾਲ ਬਦਲੀ ਜਾਵੇਗੀ ਮੁੱਖ ਸਮਾਗਮਾਂ ਦੀ ਥਾਂ। ਕੋਰੋਨਾ ਵੈਕਸੀਨੇਸ਼ਨ ਦੇ ਵਿੱਚ ਵਰਲਡ ਰਿਕਾਰਡ ਦੇ ਕਰੀਬ ਪਹੁੰਚਿਆ ਭਾਰਤ। 18 ਮਹੀਨਿਆਂ ਦੇ ਵਿੱਚ ਲੱਗੀਆਂ 200 ਕਰੋੜ ਖੁਰਾਕਾਂ। ਚੀਨ ਤੋਂ ਬਾਅਦ ਭਾਰਤ ਦੂਜੇ ਨੰਬਰ ਤੇ। PV ਸਿੰਧੂ ਨੇ ਰਚਿਆ ਇਤਿਹਾਸ। 2022 ਦੇ ਮਹਿਲਾ ਸਿੰਗਾਪੁਰ ਓਪਨ ਦੇ ਵਿੱਚ ਹਾਸਲ ਕੀਤੀ ਸ਼ਾਨਦਾਰ ਜਿੱਤ। ਚੀਨ ਦੀ ਵਾਂਗ ਜ਼ੀ ਨੂੰ ਦਿੱਤੀ ਮਾਤ। ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਪਰਵਿੰਦਰ ਸਿੰਘ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ। ਸ਼ੂਟਰ ਪ੍ਰਿਆਵਰਤ ਫੌਜੀ ਨੂੰ ਜੇਲ੍ਹ ਭੇਜ ਦਿੱਤਾ ਗਿਆ। ਕਸ਼ਿਸ਼ ਕੇਸ਼ਵ ਤੇ ਦੀਪਕ ਨੂੰ ਜੇਲ੍ਹ ਭੇਜਿਆ ਗਿਆ। ਰਿਮਾਂਡ ਖਤਮ ਹੋਣ ਤੇ ਦਰਅਸਲ ਅੱਜ ਮਾਨਸਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ। ਮੁਸਲਾ ਕਤਲਕਾਂਡ ਨੂੰ ਲੈ ਕੇ ਫੌਜੀ ਤੋਂ ਕਈ ਵੱਡੇ ਖੁਲਾਸੇ ਹੋਏ ਨੇ। ਕਿਸੇ ਹੋਰ ਕੇਸ ਦੇ ਵਿੱਚ ਪੁਲਿਸ ਟ੍ਰਾਂਜ਼ਿਟ ਰਿਮਾਂਡ ਵੀ ਲੈ ਸਕਦੀ ਹੈ। ਸ਼ੂਟਰ ਪ੍ਰਿਆਵਰਤ ਫੌਜੀ ਜਿਸ ਨੂੰ ਕਿ ਪਿਛਲੇ ਦਿਨੀ ਹੀ ਦਿੱਲੀ ਦੇ ਸਪੈਸ਼ਲ ਸੈੱਲ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀਗਾ। ਮੁਸਲਾ ਕਤਲ ਮਾਮਲੇ ਦੇ ਵਿੱਚ ਮੁੱਖ ਸ਼ਾਰਪ ਸ਼ੂਟਰ ਸੀ ਪ੍ਰਿਆਵਰਤ ਫੌਜੀ। ਉੱਥੇ ਨਾਲ ਕਸ਼ਿਸ਼ ਕੇਸ਼ਵ ਤੇ ਦੀਪਕ ਨੂੰ ਵੀ ਜੇਲ੍ਹ ਭੇਜਿਆ ਗਿਆ। ਰਿਮਾਂਡ ਖਤਮ ਹੋਣ ਤੋਂ ਬਾਅਦ ਦਰਅਸਲ ਮਾਨਸਾ ਕੋਰਟ ਦੇ ਵਿੱਚ ਇਹਨਾਂ ਮੁਲਜ਼ਮਾਂ ਦੀ ਪੇਸ਼ੀ ਹੋਈ ਸੀ ਤੇ ਅਦਾਲਤ ਦੇ ਵੱਲੋਂ ਇਹਨਾਂ ਸਾਰੇ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਮੁਸਲਾ ਕਤਲਕਾਂਡ ਨੂੰ ਲੈ ਕੇ ਫੌਜੀ ਤੋਂ ਕਈ ਵੱਡੇ ਰਿਮਾਂਡ ਦੇ ਦੌਰਾਨ ਖੁਲਾਸੇ ਵੀ ਹੋਏ ਨੇ। ਕਿਸੇ ਹੋਰ ਕੇਸ ਦੇ ਵਿੱਚ ਵੀ ਟ੍ਰਾਂਜ਼ਿਟ ਰਿਮਾਂਡ ਪੁਲਿਸ ਵੱਲੋਂ ਲਿਆ ਜਾ ਸਕਦਾ ਹੈ। ਇਹਨਾਂ ਮੁਲਜ਼ਮਾਂ ਦਾ ਵੱਡੀ ਖਬਰ ਹੈ ਮੁਸਲਾ ਕਤਲ ਮਾਮਲੇ ਦੇ ਨਾਲ ਜੁੜੀ ਹੋਈ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਬਲਦੇਵ ਸ਼ਰਮਾ ਜੁੜੇ ਹੋਏ ਨੇ। ਬਲਦੇਵ, ਸ਼ੂਟਰ ਪ੍ਰਿਆਵਰਤ ਫੌਜੀ ਤੇ ਨਾਲ ਹੋਰ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਹੋਰ ਕੀ ਕੋਈ ਜਾਣਕਾਰੀ? ਬਿਲਕੁਲ ਪਰਵਿੰਦਰ, ਅੱਜ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ 4 ਦੋਸ਼ੀ ਪ੍ਰਿਆਵਰਤ, ਕਸ਼ਿਸ਼ ਕੇਸ਼ਵ ਤੇ ਦੀਪਕ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ। ਉਸ ਤੋਂ ਪਹਿਲਾਂ ਇਹਨਾਂ ਦਾ ਮੈਡੀਕਲ ਕਰਾਇਆ ਗਿਆ। ਅੱਜ ਪੁਲਿਸ ਨੇ ਇਹਨਾਂ ਦਾ 5 ਦਿਨ ਦਾ ਰਿਮਾਂਡ ਮੰਗਿਆ ਸੀ, ਪਰ ਮਾਨਯੋਗ ਅਦਾਲਤ ਨੇ 4 ਆਰੋਪੀਆਂ ਨੂੰ ਇੱਕ ਵਾਰ 14 ਦਿਨ ਦੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਹੁਣ ਜੇਲ੍ਹ ਪ੍ਰਸ਼ਾਸਨ ਤੈਅ ਕਰੇਗਾ ਕਿ ਇਹਨਾਂ ਨੂੰ ਕਿਹੜੀ ਜੇਲ੍ਹ ਦੇ ਵਿੱਚ ਰੱਖਣਾ ਹੈ। ਫਿਲਹਾਲ ਨਾਭਾ ਜੇਲ੍ਹ ਰੱਖਣਾ ਹੈ, ਪੰਜਾਬ ਰੱਖਣਾ ਹੈ ਜਾਂ ਤਿਹਾੜ ਜੇਲ੍ਹ ਭੇਜਣਾ, ਇਸਦਾ ਫੈਸਲਾ ਕੱਲ ਹੋ ਸਕਦਾ। ਫਿਲਹਾਲ ਇੱਕ ਵਾਰ ਇਹਨਾਂ ਨੂੰ ਮਾਨਸਾ ਦੀ ਟਾਮਕੋਟ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਜੀ ਪਰਮੇਸ਼ਰ।
ਬਲਦੇਵ, ਜੇਕਰ ਪੁਲਿਸ ਰਿਮਾਂਡ ਦੀ ਗੱਲ ਕੀਤੀ ਹੈ, ਪੁਲਿਸ ਰਿਮਾਂਡ ਦੇ ਦੌਰਾਨ ਪੁਲਿਸ ਨੂੰ ਕਿੰਨੀ ਕੁ ਕਾਮਯਾਬੀ ਹਾਸਲ ਹੋਈ ਹੈ? ਜੋ ਅਸਲ ਦੇ ਵਿੱਚ ਜਾਂਚ ਦੇ ਨਾਲ ਜੁੜੇ ਸਵਾਲ ਸਨ, ਕਿਸ ਪੜਾਅ ਤੱਕ ਪੁਲਿਸ ਪਹੁੰਚਣ ਦੇ ਵਿੱਚ ਸਫਲ ਹੋਈ ਹੈ? ਕਿਸ ਤਰ੍ਹਾਂ ਦੇ ਕੋਈ ਵੱਡੇ ਖੁਲਾਸੇ ਹੋਏ ਨੇ? ਦੇਖੋ, ਜਿੱਥੋਂ ਤੱਕ ਜਾਂਚ ਦੇ ਵਿੱਚ ਹੈ, ਪੁਲਿਸ ਨੇ ਇਹਨਾਂ ਨੂੰ ਹਥਿਆਰਾਂ ਬਾਰੇ ਪੁੱਛਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਇਹਨਾਂ ਦਾ ਕਹਿਣਾ ਹੈ, ਅੰਕਿਤ ਸਰਸਾ ਦਾ ਤੇ ਇਹਨਾਂ ਦਾ, ਕਿ ਜਿਹੜਾ ਮਨਪ੍ਰੀਤ ਖੋਸਾ ਤੇ ਦੀਪਕ ਮੁੰਡੀ ਹੈ, ਉਹਨਾਂ ਕੋਲੇ ਹਥਿਆਰ ਨੇ। ਤੇ ਇਹ ਵੀ ਸੂਤਰਾਂ ਤੋਂ ਪਤਾ ਲੱਗਿਆ ਕਿ ਪੁਲਿਸ ਹੈ ਜਿਹੜੇ ਉਹਨਾਂ ਦੋਨਾਂ ਦੋਸ਼ੀਆਂ ਨੂੰ ਦਬੋਚਣ ਦੇ ਵਿੱਚ ਲਗਭਗ ਕਾਮਯਾਬ ਹੈ ਤੇ ਸਮੇਤ ਹਥਿਆਰ ਪੁਲਿਸ ਕੁਝ ਦਿਨਾਂ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਸਕਦੀ ਹੈ। ਪੁਲਿਸ ਨੂੰ ਵੱਡੀ ਸਫਲਤਾ ਹੈ ਜਿਹੜੀ ਸੂਤਰ ਦੱਸਦੇ ਹੈ ਮਿਲੀ ਇਹਨਾਂ ਦੀ ਪੁੱਛਗਿੱਛ ਚੋਂ। ਆਉਣ ਵਾਲੇ ਦਿਨ 'ਚ ਇੱਕ ਵੱਡਾ ਖੁਲਾਸਾ ਹੈ ਜਿਹੜਾ ਪੰਜਾਬ ਪੁਲਿਸ ਕਰੇਗੀ ਜੀ। ਠੀਕ ਹੈ ਬਲਦੇਵ, ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ। ਵੱਡੀ ਖਬਰ ਹੈ, ਮੁਸਲਾ ਕਤਲ ਮਾਮਲੇ ਦੇ ਨਾਲ ਜੁੜੀ ਹੋਈ ਸ਼ੂਟਰ ਪ੍ਰਿਆਵਰਤ ਫੌਜੀ ਨੂੰ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਇਲਾਵਾ ਕਸ਼ਿਸ਼ ਕੇਸ਼ਵ ਤੇ ਦੀਪਕ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਅਦਾਲਤ ਦੇ ਵੱਲੋਂ ਭੇਜ ਦਿੱਤਾ ਗਿਆ। ਦਰਅਸਲ ਪਹਿਲਾਂ ਪੁਲਿਸ ਰਿਮਾਂਡ ਇਹਨਾਂ ਮੁਲਜ਼ਮਾਂ ਦਾ ਹਾਸਲ ਕੀਤਾ ਗਿਆ ਸੀਗਾ। ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਮਾਨਸਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ। ਪੁਲਿਸ ਨੇ ਹਾਲਾਂਕਿ 5 ਦਿਨ ਦਾ ਰਿਮਾਂਡ ਮੰਗਿਆ ਸੀਗਾ, ਪਰ ਅਦਾਲਤ ਦੇ ਵੱਲੋਂ ਹੋਰ ਰਿਮਾਂਡ ਦੇ ਵਿੱਚ ਵਾਧਾ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਇਹਨਾਂ ਮੁਲਜ਼ਮਾਂ ਨੂੰ। ਮੁਸਲਾ ਕਤਲ ਕਾਂਡ ਨੂੰ ਲੈ ਕੇ ਫੌਜੀ ਤੋਂ ਕਈ ਵੱਡੇ ਖੁਲਾਸੇ ਵੀ ਹੋਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਵੱਲੋਂ ਹੋਰ ਵੀ ਵੱਡੇ ਖੁਲਾਸੇ ਕੀਤੇ ਜਾ ਸਕਦੇ ਨੇ। ਉੱਥੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਮੁੜ ਰਿਮਾਂਡ ਤੇ ਭੇਜਿਆ ਗਿਆ। ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਫਿਰ ਪੁਲਿਸ ਨੇ ਰਿਮਾਂਡ ਹਾਸਲ ਕੀਤਾ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ 4 ਦਿਨਾਂ ਦਾ ਰਿਮਾਂਡ ਮਿਲਿਆ ਹੈ ਜੱਗੂ ਭਗਵਾਨਪੁਰੀਆ ਦਾ। ਬਾਬਾ ਬਕਾਲਾ ਦੀ ਕੋਰਟ ਨੇ ਰਿਮਾਂਡ ਤੇ ਭੇਜਿਆ। 2017 ਦੇ ਇੱਕ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ ਜੱਗੂ ਭਗਵਾਨਪੁਰੀਆ ਤੋਂ। ਗੈਂਗਸਟਰ ਸ਼ੁਭਮ ਨੂੰ ਪੁਲਿਸ ਹਿਰਾਸਤ ਤੋਂ ਭਜਾਉਣ ਦੇ ਨਾਲ ਇਹ ਮਾਮਲਾ ਜੁੜਿਆ ਹੋਇਆ। ਪੁਲਿਸ ਮੁਲਾਜ਼ਮ ਨੂੰ ਗੋਲੀ ਮਾਰ ਕੇ ਸ਼ੁਭਮ ਨੂੰ ਲੈ ਕੇ ਦਰਅਸਲ ਭੱਜੇ ਸਨ। ਜੱਗੂ ਦੇ ਇਸ਼ਾਰੇ ਤੇ ਉਸਦੇ ਗੁਰਗਿਆਂ ਨੇ ਘਟਨਾ ਨੂੰ ਅੰਜਾਮ ਦਿੱਤਾ ਸੀਗਾ। ਜੱਗੂ ਤੇ ਬਿਆਸ ਥਾਣੇ ਦੇ ਵਿੱਚ ਕੇਸ ਦਰਜ ਹੈ। ਦਰਅਸਲ ਇਸ ਤੋਂ ਪਹਿਲਾਂ ਮੋਸਲਾ ਕਤਲ ਮਾਮਲੇ ਦੇ ਵਿੱਚ ਜੱਗੂ ਭਗਵਾਨਪੁਰੀਆ ਦਿੱਲੀ ਤੋਂ ਪੰਜਾਬ ਪੁਲਿਸ ਟ੍ਰਾਂਜ਼ਿਟ ਰਿਮਾਂਡ ਤੇ ਲੈ ਕੇ ਆਈ ਸੀ। ਮੋਸਲਾ ਕਤਲ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਗਈ ਤੇ ਹੁਣ ਹੋਰਨਾਂ ਮਾਮਲਿਆਂ ਦੇ ਵਿੱਚ ਵੀ ਜਿੱਥੇ ਲੋੜੀਂਦਾ ਸੀਗਾ ਪੁਲਿਸ ਨੂੰ ਜੱਗੂ ਭਗਵਾਨਪੁਰੀਆ ਜਾਂਚ ਕਰਨੀ ਬਾਕੀ ਸੀ ਤੇ ਹੁਣ ਬਾਬਾ ਬਕਾਲਾ ਦੀ ਕੋਰਟ ਦੇ ਵੱਲੋਂ ਰਿਮਾਂਡ ਤੇ ਭੇਜਿਆ ਗਿਆ। 2017 ਦਾ ਦਰਅਸਲ ਇੱਕ ਮਾਮਲਾ ਦੱਸਿਆ ਜਾ ਰਿਹਾ ਜਿਸ ਨੂੰ ਲੈ ਕੇ ਜੱਗੂ ਭਗਵਾਨਪੁਰੀਆ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦਰਅਸਲ ਗੈਂਗਸਟਰ ਸ਼ੁਭਮ ਨੂੰ ਪੁਲਿਸ ਹਿਰਾਸਤ ਤੋਂ ਭਜਾਉਣ ਦੇ ਨਾਲ ਇਹ ਮਾਮਲਾ ਜੁੜਿਆ ਹੋਇਆ। ਪੁਲਿਸ ਮੁਲਾਜ਼ਮ ਨੂੰ ਗੋਲੀ ਮਾਰ ਕੇ ਸ਼ੁਭਮ ਨੂੰ ਲੈ ਕੇ ਇਹ ਮੁਲਜ਼ਮ ਭੱਜੇ ਸਨ। ਜੱਗੂ ਦੇ ਇਸ਼ਾਰੇ ਤੇ ਉਸਦੇ ਗੁਰਗਿਆਂ ਨੇ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਸੀਗਾ ਤੇ ਜੱਗੂ ਤੇ ਇਸ ਮਾਮਲੇ ਦੇ ਵਿੱਚ ਬਿਆਸ ਥਾਣੇ ਦੇ ਵਿੱਚ ਕੇਸ ਦਰਜ ਹੈ ਤੇ ਇਸੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਰੁਕ ਕਰਦੇ ਅਗਲੀ ਖਬਰ ਦਾ। ਸਾਬਕਾ ਮੰਤਰੀ ਦੇ ਭਤੀਜੇ ਦਲਜੀਤ ਗਿਲਜੀਆ ਨੂੰ ਫਿਰ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ। ਮੋਹਾਲੀ ਕੋਰਟ ਨੇ 4 ਦਿਨਾਂ ਦੀ ਰਿਮਾਂਡ ਤੇ ਭੇਜਿਆ। ਕਰਪਸ਼ਨ ਮਾਮਲੇ ਦੇ ਵਿੱਚ ਦਰਅਸਲ ਦਲਜੀਤ ਗਿਲਜੀਆ ਨੂੰ ਪਿਛਲੇ ਦਿਨੀ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀਗਾ। ਵੱਡਾ ਐਕਸ਼ਨ ਲਿਆ ਗਿਆ ਸੀਗਾ। ਦਲਜੀਤ ਨੇ ਕਰਪਸ਼ਨ ਦੇ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ। ਸਿਆਸੀ ਬਦਲਾਖੋਰੀ ਦੇ ਨਾਲ ਇਹ ਕਾਰਵਾਈ ਕੀਤੀ ਜਾ ਰਹੀ ਹੈ। ਦਲਜੀਤ ਗਿਲਜੀਆ ਦਾ ਬਿਆਨ ਵੀ ਸਾਹਮਣੇ ਆਇਆ ਹੈ। ਦਲਜੀਤ ਗਿਲਜੀਆ ਜਿਹੜੇ ਸੰਗਤ ਸਿੰਘ ਗਿਲਜੀਆ ਨੇ ਸਾਬਕਾ ਮੰਤਰੀ ਨੇ, ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਸਨ ਤੇ ਉਸ ਵੇਲੇ ਕੈਬਨਿਟ ਦਾ ਵਜ਼ਾਰਤ ਦਾ ਹਿੱਸਾ ਰਹੇ ਤੇ ਉਹਨਾਂ ਦੇ ਭਤੀਜੇ ਨੇ ਦਲਜੀਤ ਗਿਲਜੀਆ। ਦਲਜੀਤ ਗਿਲਜੀਆ ਦਾ ਕਹਿਣਾ ਹੈ ਕਿ ਸਿਆਸੀ ਬਦਲਾਖੋਰੀ ਦੇ ਤਹਿਤ ਪੂਰੀ ਕਾਰਵਾਈ ਕੀਤੀ ਗਈ ਹੈ। ਜੰਗਲਾਤ ਘੁਟਾਲੇ ਨੂੰ ਲੈ ਕੇ ਲਗਾਤਾਰ ਵਿਜੀਲੈਂਸ ਦੇ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਵਿਜੀਲੈਂਸ ਨੂੰ ਦਲਜੀਤ ਤੋਂ ਕਈ ਵੱਡੇ ਹਾਲਾਂਕਿ ਖੁਲਾਸੇ ਵੀ ਹੋਏ ਨੇ ਇਸ ਰਿਮਾਂਡ ਦੇ ਦੌਰਾਨ ਤੇ ਹੋਰ ਅਦਾਲਤ ਦੇ ਰਿਮਾਂਡ ਦੇ ਵਿੱਚ ਵਾਧਾ ਕੀਤਾ ਗਿਆ। ਮੋਹਾਲੀ ਕੋਰਟ ਨੇ 4 ਦਿਨਾਂ ਦੀ ਰਿਮਾਂਡ ਤੇ ਭੇਜ ਦਿੱਤਾ ਹੈ ਦਲਜੀਤ ਗਿਲਜੀਆ ਨੂੰ। ਹੁਣ 4 ਦਿਨ ਦਾ ਜਿਹੜਾ ਰਿਮਾਂਡ ਹੈ ਭਾਜੀ ਕੁਝ ਕਹੋਗੇ ਰਣਜੀਤ ਭਾਜੀ? ਮੈਂ ਤੇ ਫਿਰ ਕਹਿ ਰਿਹਾ ਤੁਹਾਨੂੰ ਪੋਲੀਟੀਕਲ ਵੈਂਡੇਟਾ ਨਥਿੰਗ ਐਲਸ। ਤੁਹਾਨੂੰ ਜਲਦੀ ਬਹੁਤ ਕੁਝ ਪਤਾ ਲੱਗੂਗਾ। ਜਿਹੜੀ ਚੀਜ਼ਾਂ ਸਾਹਮਣੇ ਆ ਰਹੀਆਂ ਕਿ ਹੋਰ ਵੀ ਅਰੈਸਟ ਕੀਤਾ ਬਿੰਦਰ, ਕੋਈ ਪਤਾ ਨਹੀਂ ਯਾਰ ਮੇਰੇ ਨਾਲ ਕਿਸੇ ਦਾ ਕੀ ਕੰਸਰਨ ਹੈ। ਅੱਛਾ ਮੈਂ ਉਹਦੇ ਬਾਰੇ ਕੀ ਕਹਿ ਸਕਦਾ, ਕੀ ਸਟੋਰੀਜ਼ ਬਣ ਰਹੀਆਂ ਨੇ। ਬਿਜ਼ਨਸ ਕਹਿ ਰਹੀ ਹੈ ਕਿ ਗੱਡੀ 'ਚ ਵੀ ਕਾਫੀ ਚੀਜ਼ਾਂ ਬਰਾਮਦ ਹੋਈ ਹੈ। ਯਾਰ ਉਹ ਤਾਂ ਤੁਹਾਡੇ ਸਾਹਮਣੇ ਆ ਹੀ ਜਾਣਾ। ਅੱਛਾ ਚਲੋ ਮੈਂ ਇਸ ਤੋਂ ਵੱਧ ਨਹੀਂ ਕਹਿੰਦਾ। ਪੋਲੀਟੀਕਲ ਵੈਂਡੇਟਾ ਥੋੜੇ ਟਾਈਮ ਵੇਟ ਕਰੋ, ਸਾਰਾ ਕੁਝ ਸੱਚ ਬਾਹਰ ਆ ਜਾਣਾ। ਅੱਛਾ ਤੇ ਸਰ ਕੀ ਬਿਜ਼ਨਸ ਹੋਰ ਵੀ ਕਹਿ ਰਹੀ ਹੈ ਕਿ ਕਈ ਪ੍ਰੂਫਸ ਨੇ ਉਹਨਾਂ ਕੋਲ? ਮੈਂ ਨਹੀਂ ਕੁਝ ਕਹਿਣਾ ਚਾਹੁੰਦਾ, ਇਹ ਤਾਂ ਕੋਰਟ ਦਾ ਮਸਲਾ ਹੈ। ਕੋਰਟ 'ਚ ਹੀ ਆਪਾਂ ਗੱਲ ਕਰਾਂਗੇ। ਤੁਸੀਂ ਆਪਣੀ ਗੱਲ ਤਾਂ ਰੱਖੋਗੇ ਨਾ ਭਾਜੀ? ਮੈਂ ਉਹੀ ਕਹਿ ਰਿਹਾ ਕੋਰਟ 'ਚ ਮਸਲਾ ਹੈ, ਕੋਰਟ 'ਚ ਰੱਖਾਂਗਾ। ਠੀਕ ਹੈ ਜੀ। ਇਹ ਪੋਲੀਟੀਕਲ ਵੈਂਡੇਟਾ ਤੁਹਾਨੂੰ ਬਹੁਤ ਜਲਦੀ ਕਲੀਅਰ ਹੋ ਜਾਣਾ। ਠੀਕ ਹੈ ਭਾਜੀ, ਠੀਕ ਹੈ। ਤੇ ਬਿਲਕੁਲ ਦਲਜੀਤ ਗਿਲਜੀਆ ਕਹਿੰਦੇ ਨਜ਼ਰ ਆ ਰਹੇ ਨੇ ਕਿ ਪੋਲੀਟੀਕਲੀ ਵੈਂਡੇਟਾ 4 ਦਿਨ ਦਾ ਜਿਹੜਾ ਰਿਮਾਂਡ ਮੰਗਿਆ ਸੀਗਾ ਇਹਦੇ ਵਿੱਚ ਹੁਣ ਹਾਲਾਂਕਿ ਇਹ ਕਹਿੰਦੇ ਨਜ਼ਰ ਆ ਰਹੇ ਕਿ ਕਈ ਚੀਜ਼ਾਂ ਨੇ ਜਿਹਦੇ ਵਿੱਚ ਹੁਣ ਅੱਗੇ ਸਭ ਦੇ ਸਾਹਮਣੇ ਜਿਹੜਾ ਹੈ ਉਹ ਜਿਹੜੀ ਚੀਜ਼ਾਂ ਹੈ ਉਹ ਸਾਰੀ ਕਲੀਅਰ ਹੋ ਜਾਣਗੀਆਂ। ਜਿਹੜਾ ਵਿਜੀਲੈਂਸ ਵੱਲੋਂ ਔਰਲ ਐਵੀਡੈਂਸ ਤੇ ਸਾਰੀ ਗੱਲ ਹੋ ਰਹੀ ਹੈ
ਉਹਨਾਂ ਵੱਲੋਂ ਜੋ ਪਹਿਲੇ ਦਿਨ ਜਿਹੜੇ ਐਲੀਗੇਸ਼ਨ ਲਾਏ ਸੀ ਜਾਂ ਜਿਨ੍ਹਾਂ ਦੇ ਬਾਰੇ ਰਿਕਵਰੀ ਕਰਨ ਦੀ ਗੱਲ ਕਹੀ ਸੀ, ਉਹ ਆਲਰੇਡੀ ਰਿਕਵਰਡ ਹੈ ਸਾਰਾ ਕੁਝ। ਜਿਹੜੀ ਕਾਰ ਸਟicker ਦੇ ਬੇਸ ਸੀ ਉਹਦੇ ਬਾਰੇ ਅਸੀਂ ਦੱਸਿਆ ਵੀ ਉਹ ਸਟicker ਜਿਹੜਾ ਸੀ ਉਹ ਚੰਡੀਗੜ੍ਹ ਪੁਲਿਸ ਉਹਦੇ ਤੇ ਚਲਾਨ ਕਰ ਸਕਦੀ ਸੀ, ਉਹੀ ਕਾਰਵਾਈ ਬਣਦੀ ਸੀ, ਹੋਰ ਉਹਦੇ ਵਿੱਚ ਕੁਛ ਨਹੀਂ। ਉਹਨਾਂ ਦੀਆਂ ਜਿਹੜੀਆਂ ਕੋਈ ਚੈੱਕ ਬੁੱਕਸ ਦੀ ਗੱਲ ਹੋਈ ਸੀ, ਉਹ ਚੈੱਕ ਬੁੱਕਸ ਬਾਰੇ ਵੀ ਅਸੀਂ ਆਹੀ ਦੱਸਿਆ ਸੀਗਾ ਵੀ ਉਹ ਫਾਈਨੈਂਸ਼ੀਅਲ ਏਜੰਟ ਸੀ ਜਦੋਂ ਡਿਊਰਿੰਗ ਦੀ ਇਲੈਕਸ਼ਨ ਟਾਈਮ ਸੰਗਤ ਸਿੰਘ ਗਿੱਲ ਜੀਆਂ ਦੇ। ਤੇ ਅੱਜ ਵੀ ਕੋਈ ਮਤਲਬ ਵਿਜੀਲੈਂਸ ਵੱਲੋਂ ਕੋਈ ਖਾਸ ਪੁਖਤਾ ਗੱਲ ਨਹੀਂ ਕੋਰਟ ਦੇ ਵਿੱਚ ਰੱਖੀ ਗਈ। ਸਿਰਫ ਇਹ ਕਿ ਸਾਡੇ ਆਫੀਸਰ ਸਾਹਿਬਾਨ ਕੋਆਪਰੇਟ ਨਹੀਂ ਕਰ ਰਹੇ ਵੀ ਅਸੀਂ ਉਹਨਾਂ ਨੂੰ ਬੁਲਾਉਣਾ, ਇਸ ਕਰਕੇ ਸਾਨੂੰ ਫਰਦਰ ਇਨਵੈਸਟੀਗੇਟ ਕਰਨ ਵਾਸਤੇ ਜਿਹੜਾ 7 ਦਿਨ ਦਾ ਰਿਮਾਂਡ ਦਿੱਤਾ ਜਾਵੇ। ਕੋਰਟ ਨੇ 4 ਦਿਨ ਦਾ ਰਿਮਾਂਡ ਦਿੱਤਾ, ਪਰ ਐਕਚੁਅਲੀ ਜੋ ਆਪਾਂ ਐਵੀਡੈਂਸ ਦੀ ਗੱਲ ਕਰੀਏ, ਐਵੀਡੈਂਸ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਕੋਈ ਸਬੂਤ ਜਿਹੜੇ ਡਾਇਰੈਕਟ ਲਿੰਕ ਦੇ ਵਿੱਚ ਹੋਣ, ਅਜਿਹਾ ਕੁਝ ਨਹੀਂ। ਉਧਰ ਐਮਪੀ ਸਿਮਰਨਜੀਤ ਮਾਨ ਦੇ ਬਿਆਨ ਤੇ ਬਵਾਲ ਲਗਾਤਾਰ ਜਾਰੀ ਹੈ। ਵਿਵਾਦ ਤੇ ਸੀਐਮ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ। ਨਾਲ ਉਹਨਾਂ ਨੇ ਕਿਹਾ ਕਿ ਭਗਤ ਸਿੰਘ ਨੂੰ ਪੂਰਾ ਦੇਸ਼ ਸ਼ਹੀਦ ਮੰਨਦਾ ਹੈ। ਸੀਐਮ ਭਗਵੰਤ ਮਾਨ ਦੇ ਵੱਲੋਂ ਬਿਆਨ ਦਿੱਤਾ ਗਿਆ, ਜਵਾਬ ਦਿੱਤਾ ਗਿਆ ਸਿਮਰਨਜੀਤ ਮਾਨ ਨੂੰ ਕਿ ਭਗਤ ਸਿੰਘ ਨੂੰ ਪੂਰਾ ਦੇਸ਼ ਸ਼ਹੀਦ ਮੰਨਦਾ ਹੈ। ਭਗਤ ਸਿੰਘ ਦੇ ਕਾਰਨ ਹੀ ਆਜ਼ਾਦੀ ਮਿਲੀ ਹੈ। ਸ਼ਹੀਦਾਂ ਦੀ ਬਦੌਲਤ ਖੁੱਲੀ ਹਵਾ ਦੇ ਵਿੱਚ ਅਸੀਂ ਸਾਹ ਲੈ ਰਹੇ ਹਾਂ। ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਦਰਅਸਲ ਭਗਤ ਸਿੰਘ ਨੂੰ ਅੱਤਵਾਦੀ ਦੱਸਿਆ ਸੀ, ਜਿਸ ਤੋਂ ਬਾਅਦ ਚ ਲਗਾਤਾਰ ਹੋਰਨਾਂ ਪਾਰਟੀਆਂ ਦੇ ਵੱਲੋਂ ਇਸ ਬਿਆਨ ਦਾ ਸਖਤ ਇਤਰਾਜ਼ ਜਤਾਇਆ ਜਾ ਰਿਹਾ ਤੇ ਮਾਫੀ ਮੰਗਣ ਦੀ ਵੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਤੇ ਇਸ ਦੇ ਵਿਚਾਲੇ ਸੀਐਮ ਭਗਵੰਤ ਮਾਨ ਦਾ ਬਿਆਨ ਵੀ ਸਾਹਮਣੇ ਆਇਆ। ਸੀਐਮ ਮਾਨ ਨੇ ਕਿਹਾ ਹੈ ਕਿ ਭਗਤ ਸਿੰਘ ਨੂੰ ਪੂਰਾ ਦੇਸ਼ ਸ਼ਹੀਦ ਮੰਨਦਾ ਹੈ। ਭਗਤ ਸਿੰਘ ਦੇ ਕਾਰਨ ਹੀ ਸਾਨੂੰ ਆਜ਼ਾਦੀ ਮਿਲੀ ਹੈ। ਸ਼ਹੀਦਾਂ ਦੀ ਬਦੌਲਤ ਅਸੀਂ ਖੁੱਲੀ ਹਵਾ ਦੇ ਵਿੱਚ ਸਾਹ ਲੈ ਰਹੇ ਹਾਂ। देश मानता है जी। शहीद भगत सिंह हमेशा नौजवान दिलों की धड़कन है और रहेंगे। उन्होंने देश लेके दिया, जिस आज़ाद फिजा में हम सांस ले रहे हैं उन्हीं की बदौलत है। नहीं, पूरा देश मानता है जी। शहीद भगत सिंह हमेशा नौजवान दिलों की धड़कन है और रहेंगे। उन्होंने देश लेके दिया, जिस आज़ाद फिजा में हम सांस ले रहे हैं। ਦਰਅਸਲ ਵਿਵਾਦ ਪੂਰਾ ਖੜਾ ਕਿੱਥੋਂ ਹੋਇਆ ਤੁਹਾਨੂੰ ਇਸ ਬਾਰੇ ਵੀ ਵਿਸਥਾਰ ਨਾਲ ਦੱਸਦੇ ਹਾਂ। ਦਰਅਸਲ ਸੰਗਰੂਰ ਲੋਕ ਸਭਾ ਜਿਮਨੀ ਚੋਣ ਦੇ ਵਿੱਚ ਜਿੱਤ ਦਰਜ ਕਰਦੇ ਨੇ ਸਿਮਰਨਜੀਤ ਸਿੰਘ ਮਾਨ, ਨਵੇਂ ਚੁਣੇ ਗਏ ਸੰਸਦ ਮੈਂਬਰ ਨੇ। ਉਹਨਾਂ ਦੇ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਗਿਆ। ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਤੱਕ ਕਹਿ ਦਿੱਤਾ ਗਿਆ ਸਿਮਰਨਜੀਤ ਮਾਨ ਦੇ ਵੱਲੋਂ, ਜਿਸ ਤੋਂ ਬਾਅਦ ਚ ਲਗਾਤਾਰ ਵਿਰੋਧੀਆਂ ਦੇ ਵੱਲੋਂ ਸਖਤ ਇਤਰਾਜ਼ ਜਤਾਇਆ ਜਾ ਰਿਹਾ। ਇਸ ਬਿਆਨ ਨੂੰ ਲੈ ਕੇ ਮਾਫੀ ਤੱਕ ਦੀ ਮੰਗ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਨੇ ਇੱਥੋਂ ਤੱਕ ਕਿਹਾ ਕਿ ਜੇਕਰ ਮਾਫੀ ਨਾ ਮੰਗੀ ਗਈ ਤਾਂ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਉਹਨਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਵੀ ਜਿਹੜੇ ਕੀਤੇ ਜਾਣਗੇ। ਦੂਜੀਆਂ ਪਾਰਟੀਆਂ ਦੇ ਵੱਲੋਂ ਲਗਾਤਾਰ ਇਸ ਬਿਆਨ ਨੂੰ ਲੈ ਕੇ ਸਖਤ ਇਤਰਾਜ਼ ਜਤਾਇਆ ਜਾ ਰਿਹਾ ਤੇ ਇਸ ਦੇ ਵਿਚਾਲੇ ਹੀ ਸੀਐਮ ਭਗਵੰਤ ਮਾਨ ਦਾ ਵੀ ਇਹ ਵੱਡਾ ਬਿਆਨ ਸਾਹਮਣੇ ਆਇਆ। ਸੀਐਮ ਮਾਨ ਨੇ ਕਿਹਾ ਕਿ ਭਗਤ ਸਿੰਘ ਨੂੰ ਪੂਰਾ ਦੇਸ਼ ਸ਼ਹੀਦ ਮੰਨਦਾ ਹੈ। ਭਗਤ ਸਿੰਘ ਦੇ ਕਾਰਨ ਹੀ ਆਜ਼ਾਦੀ ਮਿਲੀ ਹੈ। ਸ਼ਹੀਦਾਂ ਦੀ ਬਦੌਲਤ ਖੁੱਲੀ ਹਵਾ ਦੇ ਵਿੱਚ ਸਾਹ ਲੈ ਰਹੇ ਹਾਂ। ਸੋ ਲਗਾਤਾਰ ਸਿਮਰਨਜੀਤ ਸਿੰਘ ਮਾਨ ਦੇ ਇਸ ਬਿਆਨ ਨੂੰ ਲੈ ਕੇ ਵਿਵਾਦ ਲਗਾਤਾਰ ਜਾਰੀ ਹੈ। ਸਿਮਰਨਜੀਤ ਸਿੰਘ ਮਾਨ ਦੀ ਹਾਲਾਂਕਿ ਜਿਸ ਨੂੰ ਲੈ ਕੇ ਉਸ ਤੋਂ ਬਾਅਦ ਕੋਈ ਸਫਾਈ ਵੀ ਨਹੀਂ ਦਿੱਤੀ ਗਈ, ਕਿਸੇ ਤਰ੍ਹਾਂ ਦੀ ਕੋਈ ਮਾਫੀ ਨਹੀਂ ਮੰਗੀ ਗਈ, ਪਰ ਵਿਰੋਧੀਆਂ ਵੱਲੋਂ ਲਗਾਤਾਰ ਕਾਨੂੰਨੀ ਕਾਰਵਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ ਤੇ ਮਾਫੀ ਦੀ ਮੰਗ ਕੀਤੀ ਜਾ ਰਹੀ ਹੈ। ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ ਬਿਲਕੁਲ ਇਤਰਾਜ਼ਯੋਗ ਬਿਆਨ ਦਿੱਤਾ ਹੈ। ਸ਼ਹੀਦ ਭਗਤ ਸਿੰਘ ਬਾਰੇ ਗਲਤ ਬਿਆਨ ਦਿੱਤਾ ਗਿਆ, ਇਸ ਕਰਕੇ ਆਪਣੇ ਬਿਆਨ ਨੂੰ ਲੈ ਕੇ ਮਾਫੀ ਮੰਗਣ। नहीं, पूरा देश मानता है जी। शहीद भगत सिंह हमेशा नौजवान दिलों की धड़कन है और रहेंगे। उन्होंने देश लेके दिया, जिस आज़ाद फिजा में हम सांस ले रहे हैं उन्हीं की बदौलत है। नहीं, पूरा देश मानता है जी। शहीद भगत सिंह हमेशा नौजवान दिलों की धड़कन है और रहेंगे। उन्होंने देश लेके दिया, जिस आज़ाद फिजा में हम सांस ले रहे हैं। ਹੁਣ ਗੱਲ ਕਰਦੇ ਹਾਂ ਲਗਾਤਾਰ ਬਦਲੇ ਹੋਏ ਮੌਸਮ ਦੀ। ਪੰਜਾਬ ਦੇ ਵਿੱਚ ਆਫਤ ਵਾਲੀ ਬਾਰਿਸ਼ ਆਈ ਹੈ। ਮਲੋਟ ਜਿਸ ਤੋਂ ਬਾਅਦ ਜਲਥਲ ਹੋ ਗਿਆ। ਹਜ਼ਾਰਾਂ ਏਕੜ ਫਸਲ ਪਾਣੀ ਦੇ ਵਿੱਚ ਡੁੱਬ ਗਿਆ। ਰਿਹਾਇਸ਼ੀ ਇਲਾਕਿਆਂ ਦੇ ਵਿੱਚ ਹੀ ਪਾਣੀ ਭਰ ਚੁੱਕਾ ਹੈ। ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ। ਤੁਹਾਨੂੰ ਅਸੀਂ ਮਲੋਟ ਦੀਆਂ ਤਸਵੀਰਾਂ ਵਿਖਾ ਰਹੇ ਹਾਂ। ਦੂਰ ਦੂਰ ਤੱਕ ਜਿੱਥੇ ਵੀ ਨਜ਼ਰ ਜਾਂਦੀ ਹੈ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਹਜ਼ਾਰਾਂ ਏਕੜ ਜਿਹੜੀ ਕਿਸਾਨਾਂ ਦੀ ਫਸਲ ਹੈ ਉਹ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ, ਬਰਬਾਦ ਹੋ ਚੁੱਕੀ ਹੈ। ਕਿਸਾਨਾਂ ਦੇ ਚਿਹਰੇ ਤੇ ਮਾਯੂਸੀ ਝਲਕ ਰਹੀ ਹੈ ਤੇ ਕਿਸਾਨ ਇਹੀ ਮੰਗ ਕਰਨਗੇ ਜਿਹੜੀ ਫਸਲ ਖਰਾਬ ਹੋਈ ਹੈ ਉਸ ਨੂੰ ਲੈ ਕੇ ਸਰਕਾਰ ਉਹਨਾਂ ਨੂੰ ਮੁਆਵਜ਼ਾ ਦੇਵੇ। ਰਿਹਾਇਸ਼ੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵੀ ਪਾਣੀ ਭਰ ਚੁੱਕਾ ਹੈ। ਲੋਕਾਂ ਦੇ ਘਰਾਂ ਤੱਕ ਵੀ ਪਾਣੀ ਦਾਖਲ ਹੋ ਚੁੱਕਾ ਹੈ। ਸੋ ਲਗਾਤਾਰ ਜਿਵੇਂ ਮਾਨਸੂਨ ਦੇ ਸੀਜ਼ਨ ਦੇ ਵਿੱਚ ਬਾਰਿਸ਼ ਹੋ ਰਹੀ ਹੈ ਤੇ ਇਹ ਬਾਰਿਸ਼ ਆਫਤ ਵੀ ਲੈ ਕੇ ਆ ਰਹੀ ਹੈ। ਆਫਤ ਕਿਵੇਂ ਲੈ ਕੇ ਆ ਰਹੀ ਹੈ ਤਸਵੀਰਾਂ ਮਲੋੜ ਦੀਆਂ ਖੁਦ ਬਿਆਨ ਕਰ ਰਹੀਆਂ ਨੇ। ਰਕਬਾ ਤਾਂ ਲਗਭਗ ਸਾਨੂੰ ਆਪਦੇ ਏਰੀਆ ਦਾ ਤਾਂ ਪਤਾ, ਬਾਕੀ ਮੁਕਤਸਰ ਸਾਹਿਬ, ਫਿਰੋਜ਼ਪੁਰ, ਜਿਵੇਂ ਫਾਜ਼ਿਲਕਾ ਸਾਰਾ ਏਰੀਆ, ਬੋਰ ਗੰਗਾਨਗਰ ਵੀ ਹੜ੍ਹ ਵਰਗੀ ਸਥਿਤੀ ਹੋਈ ਪਈ ਆ। ਬਹੁਤ ਹੀ ਜ਼ਿਆਦਾ ਬਾਰਿਸ਼ਾਂ ਦਾ ਮੇਨ ਕਾਰਨ ਇਹ ਆ ਤੇ ਬਾਕੀ ਥੋੜੀ ਜੀ ਮੰਨ ਲਓ ਜਿਹੜੀ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਵੀ ਸਾਨੂੰ, ਕਿਉਂ ਸਾਡਾ ਪਿੰਡ ਮਿੱਡਾ ਸੀ ਖਾਸ ਤੌਰ ਤੇ ਵੀ 4 ਚਫੇਰੇ ਪਿੰਡ, 4 ਸੇਮ ਨਾਲੇ ਆ ਵਿੱਚ ਪਿੰਡ ਘਿਰਿਆ ਹੋਇਆ ਤੇ ਉਹ ਸੇਮ ਨਾਲੇ ਅੱਗੇ ਪੂਰੀ ਨਿਕਾਸੀ ਨਾ ਹੋਣ ਕਰਕੇ ਹੁਣ ਸੇਮ ਨਾਲੇ ਵੀ ਓਵਰਫਲੋ ਹੋ ਰਿਹਾ, ਜਿੰਦੀ ਵਜ੍ਹਾ ਨਾਲ ਮੰਨ ਲਓ ਖੇਤਾਂ ਨੂੰ ਪਾਣੀ ਚੜੀ ਜਾ ਰਿਹਾ। ਇਹ ਬਾਰਿਸ਼ ਬਹੁਤ ਆ ਗਈ ਜੀ ਪਰਸੋਂ,
परसों बारिश हो रही है, मतलब 7 के 8 घंटे इन्ना भरिया बेसफा, वो हजे माड़ा मोड़ा पानी उतरिया सी। ते कल शाम ਨੂੰ फिर 2-2.5 घंटे फिर पानी आ गया ते मींह आ गया। वो मींह आन करके ते पानी दोबारा फिर उदों भी मतलब ਉੱਚਾ हो गया। किन्ना फुट पानी होगा उन्हें? पानी ਇੱਥੇ ਘੱਟੋ ਘੱਟ 2 ਫੁੱਟ ਵਾਹਣਾ ਦੇ। ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਚੇਤਨ ਭੂਰਾ ਜੁੜ ਚੁੱਕੇ ਨੇ। ਚੇਤਨ, ਫਿਲਹਾਲ ਮੌਸਮ ਕਿਸ ਤਰ੍ਹਾਂ ਦਾ ਹੈ? ਜੇਕਰ ਪਾਣੀ ਦੀ ਗੱਲ ਕੀਤੀ ਜਾਏ ਤਾਂ ਪਹਿਲਾਂ ਨਾਲੋਂ ਕੋਈ ਪੱਧਰ ਘਟਿਆ ਹੈ? ਕਿਸਾਨਾਂ ਦੀ ਫਸਲ ਦਾ ਕਿਸ ਤਰ੍ਹਾਂ ਦਾ ਹਾਲ ਹੈ? ਲੋਕਾਂ ਦਾ, ਕਿਸਾਨਾਂ ਦਾ ਕੀ ਕੁਝ ਕਹਿਣਾ ਹੈ? ਜੀ ਬਲਵਿੰਦਰ, ਜਿਹੜਾ ਪਿਛਲੇ 2 ਦਿਨਾਂ ਤੋਂ ਜਿਹੜੀ ਤੇਜ਼ ਬਰਸਾਤ ਹੋ ਰਹੀ ਸੀਗੀ ਲਗਾਤਾਰ, ਉਹਦੇ ਕਰਕੇ ਜਿਹੜਾ ਪਾਣੀ ਜਿਵੇਂ ਨੀਵੇਂ ਜਿਹੜੇ ਫਲੱਡ ਵਾਲੇ ਏਰੀਏ ਸੀਗੇ, ਜਿਵੇਂ ਕਾਫੀ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਭਰਿਆ ਗਿਆ, ਜਿਹਦੇ ਵਿੱਚ ਜਿਵੇਂ ਨਰਮੇ ਦੀ ਫਸਲ ਹੈ ਜਾਂ ਜਿਹੜਾ ਝੋਨਾ ਜਿਹੜਾ ਬਾਸਮਤੀ ਬਾਅਦ ਚ ਆਇਆ ਸੀ, ਮੂੰਗੀ ਖਤਮ ਹੋ ਗਈ, ਪਰ ਜ਼ਿਆਦਾਤਰ ਜਿਹੜਾ ਪਸ਼ੂਆਂ ਦਾ ਚਾਰਾ ਹੈ ਉਹ ਵੀ ਜਿਹੜਾ ਪਾਣੀ ਚ ਡੁੱਬ ਗਿਆ। ਉਹਦੇ ਕਰਕੇ ਜਿਹੜਾ ਮੁਸ਼ਕਲ ਆ ਰਹੀ ਹੈ ਹੁਣ, ਜਿਵੇਂ ਜਿਸ ਹਿਸਾਬ ਨਾਲ ਜਿਵੇਂ ਗਰਮੀ ਦਾ ਥੋੜਾ ਜਿਹਾ ਤੇਜ਼ ਹੋ ਰਿਹਾ, ਬਸ ਉਸ ਤੋਂ ਬਾਅਦ ਉਹਨਾਂ ਦੋਸਤ ਵੀ ਦੁਬਾਰਾ ਜਿਹੜਾ ਉਹਨਾਂ ਬਰਸਾਤ ਆਉਣ ਦਾ ਉਹਨਾਂ ਖਤਰਾ ਜਿਹੜਾ ਬਣਿਆ ਹੋਇਆ ਕਿਸਾਨਾਂ ਨੂੰ। ਜੇ ਦੁਬਾਰਾ ਬਰਸਾਤ ਆ ਜਾਂਦੀ ਤਾਂ ਪਾਣੀ ਦੀ ਨਿਕਾਸੀ ਮਤਲਬ ਨਹੀਂ ਹੋਈ ਸਾਰੇ। ਸੋ ਤੁਹਾਨੂੰ ਅਸੀਂ ਮਲੋੜ ਦੀਆਂ ਤਸਵੀਰਾਂ ਵਿਖਾ ਰਹੇ ਹਾਂ। ਪੰਜਾਬ ਦੇ ਵਿੱਚ ਆਫਤ ਵਾਲੀ ਬਾਰਿਸ਼ ਕਿਵੇਂ ਹੋ ਰਹੀ ਹੈ, ਮਲੋੜ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ, ਜਿੱਥੇ ਕਿ ਦੂਰ ਤੱਕ ਨਜ਼ਰ ਜਾਂਦੀ ਹੈ ਪਾਣੀ ਹੀ ਪਾਣੀ ਨਜ਼ਰ ਆ ਰਿਹਾ। ਨਾ ਬਹੁਤ ਪੈਰ ਥੱਲੇ ਪਾ ਲਓ, ਜਿੱਥੇ ਬਹੁਤ ਆ ਬੋਟਿਆ ਤਾਂ ਅਜੇ ਪਾਣੀ। ਉੱਥੇ ਪੰਜਾਬ ਤੋਂ ਬਾਅਦ ਗੱਲ ਹਿਮਾਚਲ ਦੀ ਕੀਤੀ ਜਾਵੇ ਤਾਂ ਹਿਮਾਚਲ ਦੇ ਵਿੱਚ ਮੀਂਹ ਦਾ ਕਹਿਰ ਲਗਾਤਾਰ ਜਾਰੀ ਹੈ। ਬੱਦੀ ਦੇ ਵਿੱਚ ਕੁੰਜਾਹਲ ਨਦੀ ਦੇ ਵਿੱਚ ਕਾਰ ਡਿੱਗੀ। ਅਲਟੋ ਕਾਰ ਦੇ ਵਿੱਚ 5 ਲੋਕ ਸਵਾਰ ਸਨ। ਸਾਰੇ ਕਾਰ ਸਵਾਰਾਂ ਦਾ ਹਾਲਾਂਕਿ ਇਸ ਦੌਰਾਨ ਬਚਾਅ ਹੋ ਗਿਆ। ਸਥਾਨਕ ਲੋਕਾਂ ਨੇ ਕਾਰ ਸਵਾਰਾਂ ਨੂੰ ਰੈਸਕਿਊ ਕੀਤਾ। ਨਦੀ ਤੇ ਪੁਲ ਨਾ ਹੋਣ ਦੇ ਕਾਰਨ ਇਹ ਹਾਦਸਾ ਵਾਪਰਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਦੀ ਤੇ ਕੋਈ ਪੁਲ ਨਹੀਂ ਬਣਿਆ ਤੇ ਇਸੇ ਕਾਰਨ ਹੀ ਇਹ ਹਾਦਸਾ ਹੋਇਆ। ਇਹੀ ਹਾਦਸੇ ਦੀ ਵਜ੍ਹਾ ਬਣੀ ਹੈ। ਹਿਮਾਚਲ ਦੇ ਬੱਦੀ ਦੀਆਂ ਤੁਹਾਨੂੰ ਅਸੀਂ ਇਹ ਤਸਵੀਰਾਂ ਵਿਖਾ ਰਹੇ ਜਿੱਥੇ ਕਿ ਬੱਦੀ ਦੇ ਵਿੱਚ ਕੁੰਜਾਹਲ ਨਦੀ ਦੇ ਵਿੱਚ ਕਾਰ ਡਿੱਗੀ। ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਅਲਟੋ ਕਾਰ ਦੇ ਵਿੱਚ ਦਰਅਸਲ 5 ਲੋਕ ਸਵਾਰ ਸਨ। ਇਸ ਤੋਂ ਬਾਅਦ ਸਾਰੇ ਕਾਰ ਸਵਾਰਾਂ ਨੂੰ ਬਚਾ ਲਿਆ ਗਿਆ। ਸਥਾਨਕ ਲੋਕ ਹਰਕਤ ਦੇ ਵਿੱਚ ਆਏ। ਸਥਾਨਕ ਲੋਕ ਵੱਡੀ ਗਿਣਤੀ ਦੇ ਵਿੱਚ ਖੜੇ ਇਹਨਾਂ ਤਸਵੀਰਾਂ ਦੇ ਵਿੱਚ ਵੀ ਵੇਖੇ ਜਾ ਸਕਦੇ। ਸਥਾਨਕ ਲੋਕਾਂ ਦੇ ਵੱਲੋਂ ਹੀ ਇਹਨਾਂ 5 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਤੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਹਾਲਾਂਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਦੀ ਤੇ ਪੁਲ ਨਾ ਹੋਣ ਦੇ ਕਾਰਨ ਇਹ ਹਾਦਸਾ ਵਾਪਰਿਆ। ਸੋ ਆਪਣੇ ਆਪ ਦੇ ਵਿੱਚ ਜੋ ਸਥਾਨਕ ਲੋਕਾਂ ਦਾ ਕਹਿਣਾ ਇਸ ਨੂੰ ਲੈ ਕੇ ਸਵਾਲ ਤਾਂ ਜ਼ਰੂਰ ਖੜੇ ਹੁੰਦੇ ਨੇ ਕਿ ਨਦੀ ਤੇ ਪੁਲ ਨੂੰ ਲੈ ਕੇ ਕਿਉਂ ਨਹੀਂ ਵਿਵਸਥਾ ਕੀਤੀ ਗਈ, ਪੁਲ ਕਿਉਂ ਨਹੀਂ ਬਣਾਇਆ ਗਿਆ। ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਜਗਤ ਬੈਂਸ ਜੁੜੇ ਹੋਏ ਨੇ। ਜਗਤ, ਤਸਵੀਰਾਂ ਆਪਣੇ ਆਪ 'ਚ ਬਿਆਨ ਕਰ ਰਹੀਆਂ ਨੇ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਦੀ ਤੇ ਪੁਲ ਨਾ ਹੋਣ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ। ਗੱਲ ਪੂਰੇ ਹਾਦਸੇ ਦੀ ਕੀਤੀ ਜਾਵੇ ਜਾਂ ਸਥਾਨਕ ਲੋਕਾਂ ਦੀ ਕੀਤੀ ਜਾਵੇ, ਕੀ ਕੁਝ ਕਹਿਣਾ ਉਹਨਾਂ ਦਾ? ਜੀ ਪ੍ਰਵਿੰਦਰ, ਦੱਸਣਾ ਚਾਹਾਂਗਾ ਕਿ ਹਰ ਬਰਸਾਤ 'ਚ ਇਹ ਰਹਿੰਦੇ ਨੇ ਪੂਰੇ ਨਾਲਾਗੜ੍ਹ, ਬੱਦੀ, ਬਰੋਟੀ ਵਾਲਾ 'ਚ 1 ਦਰਜਨ ਤੋਂ ਜ਼ਿਆਦਾ ਪੁਲ ਇਹੋ ਜਿਹੇ ਨਦੀਆਂ ਹੈਗੀਆਂ ਜਿੱਥੇ ਅੱਜ ਤੱਕ ਪੁਲ ਹੀ ਨਹੀਂ ਲੱਗ ਪਾਇਆ। ਹਾਲਾਂਕਿ ਸਭ ਤੋਂ ਬੜਾ ਇੰਡਸਟਰੀਅਲ ਏਰੀਆ ਹੈ, ਫਾਰਮਾ ਹੱਬ ਵੀ ਕਿਹਾ ਜਾਂਦਾ ਹੈ। ਕਰੋੜਾਂ ਰੁਪਇਆ ਸਰਕਾਰ ਦੇ ਖਾਤੇ 'ਚ ਟੈਕਸ ਦੇ ਮਾਧਿਅਮ ਤੇ ਜਮ੍ਹਾਂ ਵੀ ਹੁੰਦਾ, ਲੇਕਿਨ ਜਿਹੜੀ ਸਮੱਸਿਆਵਾਂ ਹੈਗੀਆਂ, ਮੂਲਭੂਤ ਜਿਹੜੀਆਂ ਸੁਵਿਧਾਵਾਂ ਚਾਹੀਦੀਆਂ ਨਦੀ ਨਾਲਿਆਂ ਤੇ ਜਿਹੜੇ ਪੁਲਾਂ ਦੀ ਜਿਹੜੀ ਵਿਵਸਥਾ ਹੋਣੀ ਚਾਹੀਦੀ, ਸਾਲਾਂ ਤੋਂ ਲੋਕ ਕਰ ਰਹੇ ਜਿਹੜੇ ਪੁਲ ਬਣਨੇ ਚਾਹੀਦੇ ਉਹ ਨਹੀਂ ਬਣ ਰਹੇ, ਜਿਸ ਦੇ ਕਾਰਨ ਆਏ ਦਿਨ ਜਿਹੜੇ ਇਹੋ ਜਿਹੇ ਹਾਦਸੇ ਆ ਸਾਹਮਣੇ ਆ ਰਹੇ ਆ, ਦੇਖਣੇ ਨੂੰ ਮਿਲ ਜਾਂਦੇ ਆ ਬਰਸਾਤ ਦੇ ਦਿਨਾਂ 'ਚ। ਅੱਜ ਵੀ ਕਿਹੋ ਜਿਹਾ ਹੀ ਹਾਦਸਾ ਹੋਇਆ ਹੈ। ਕੁੰਜਾਹਲ ਜਿਹੜੇ ਨਦੀ ਆ ਉੱਥੇ ਪੁਲ ਨਹੀਂ ਬਣਿਆ ਵਾ। 75 ਸਾਲ ਹੋ ਗਏ ਨੇ ਆਜ਼ਾਦ ਹੋਏ ਨੂੰ, ਲੇਕਿਨ ਅੱਜ ਤੱਕ ਉੱਥੇ ਪੁਲ ਦੀ ਵਿਵਸਥਾ ਨਾ ਹੋਣ ਕਰਕੇ ਇੱਕ ਅਲਟੋ ਕਾਰ ਜਿੱਦਾਂ ਹੀ ਪੁਲ ਨੂੰ ਕ੍ਰੋਸ ਕਰਨ ਲੱਗਦੀ ਆ, ਉਦਾਂ ਹੀ ਜਦੋਂ ਨਦੀ ਦਾ ਜਿਹੜਾ ਬਹਾਵ ਹੈਗਾ, ਪਾਣੀ ਆ ਬਹੁਤ ਜ਼ਿਆਦਾ ਆ ਜਾਂਦਾ ਤੇ ਨਦੀ 'ਚ ਜਿਹੜਾ ਪਾਣੀ ਆ ਉਹ ਆਪਣੇ ਨਾਲ ਅਲਟੋ ਕਾਰ ਨੂੰ ਲੈ ਜਾਂਦਾ ਹੈ। ਇਹਦੇ 'ਚ 5 ਬੰਦੇ ਸੀਗੇ, ਜਿਹੜੇ ਇੱਕੋ ਪਰਿਵਾਰ ਦੇ 5 ਬੰਦੇ ਸੀਗੇ, ਆਪਣੇ ਕਿਸੇ ਰਿਸ਼ਤੇਦਾਰੀ 'ਚ ਜਾ ਰਹੇ ਸੀਗੇ ਤੇ ਉਹਨਾਂ ਦਾ ਰੈਸਕਿਊ ਕਰਕੇ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਉਹਨਾਂ ਨੂੰ ਬਾਹਰ ਕੱਢਿਆ ਗਿਆ। ਹਾਲਾਂਕਿ ਇਨ 5 ਲੋਕਾਂ ਦੀ ਜਾਨ ਜਾ ਸਕਦੀ ਸੀ ਅਗਰ ਮੌਕੇ ਰਹਿੰਦੇ ਇੱਥੇ ਜੇਸੀਬੀ ਮਸ਼ੀਨਾਂ ਤੇ ਹੋਰ ਜਿਹੜੇ ਪ੍ਰਬੰਧ ਲੋਕਾਂ ਨੇ ਕੀਤੇ ਇਹਨਾਂ ਨੂੰ ਰੈਸਕਿਊ ਕਰਨ ਵਾਸਤੇ ਬਾਹਰ ਕੱਢਿਆ। ਇਹਨਾਂ ਨੂੰ ਅਗਰ ਨਹੀਂ ਲੋਕ ਉੱਥੇ ਮੌਜੂਦ ਹੁੰਦੇ ਤਾਂ ਇੱਕ ਬਹੁਤ ਬੜਾ ਹਾਦਸਾ ਅੱਜ ਦੇਖਣ ਨੂੰ ਮਿਲ ਸਕਦਾ ਸੀਗਾ। ਲੇਕਿਨ ਲੋਕਾਂ ਦੀ ਮਦਦ ਦੇ ਨਾਲ ਇਸ ਅਲਟੋ ਕਾਰ ਨੂੰ ਬਾਹਰ ਕੱਢਿਆ ਗਿਆ ਹੈ। ਹਾਲਾਂਕਿ ਹਲਕੀ ਫੁਲਕੀਆਂ ਚੋਟਾਂ ਇਹਨਾਂ 5 ਪਰਿਵਾਰ ਦੇ ਜਿਹੜੇ ਸਦੱਸਿਆ ਹੈਗੇ ਇਹਨਾਂ ਨੂੰ ਆਈਆਂ, ਲੇਕਿਨ ਇੱਕ ਜਿਹੜਾ ਬਹੁਤ ਬੜਾ ਹਾਦਸਾ ਹੁੰਦਾ ਟਲ ਗਿਆ। ਕਿਤੇ ਨਾ ਕਿਤੇ ਸਵਾਲ ਖੜੇ ਹੁੰਦੇ ਨੇ ਪ੍ਰਸ਼ਾਸਨ ਤੇ ਸਰਕਾਰ ਤੇ ਕਿ ਜਦੋਂ ਇਲੈਕਸ਼ਨ ਆਉਂਦੇ ਆ ਤੇ ਬੜੇ ਦਾਅਵੇ ਲੋਕਾਂ ਨਾਲ ਕੀਤੇ ਜਾਂਦੇ ਆ, ਮੂਲਭੂਤ ਸੁਵਿਧਾਵਾਂ ਇਹਨਾਂ ਨੂੰ ਦਿੱਤੀਆਂ ਜਾਊਗੀਆਂ, ਏਦਾਂ ਦੇ ਬੜੇ ਦਾਅਵੇ ਕੀਤੇ ਜਾਂਦੇ, ਲੇਕਿਨ ਕਿਤੇ ਨਾ ਕਿਤੇ ਜਦੋਂ ਸਰਕਾਰਾਂ ਬਣ ਜਾਂਦੀਆਂ ਉਸ ਤੋਂ ਬਾਅਦ ਕੋਈ ਉਹਨਾਂ ਦੀ ਸੂਧ ਨਹੀਂ ਲੈਂਦੇ। ਹਾਲਾਂਕਿ ਇੰਡਸਟਰੀਅਲ ਏਰੀਆ ਹੈ, ਇੱਥੇ ਜਿਹੜੀਆਂ ਏਦਾਂ ਦੀਆਂ ਚੀਜ਼ਾਂ, ਏਦਾਂ ਦੀਆਂ ਸਹੂਲਤਾਂ ਹੈ ਉਹ ਹੋਣੀਆਂ ਚਾਹੀਦੀਆਂ, ਲੇਕਿਨ ਨਾ ਹੋਣ ਕਰਕੇ ਲੋਕਾਂ 'ਚ ਨਾਰਾਜ਼ਗੀ ਹੈ। ਲੋਕਾਂ ਨੇ ਪ੍ਰਸ਼ਾਸਨ ਤੇ ਸਰਕਾਰ ਨੂੰ ਚੇਤਾਵਨੀ ਦੇਈ ਹੈ ਕਿ ਅਗਰ
ਇਲੈਕਸ਼ਨਾਂ ਤੋਂ ਪਹਿਲਾਂ ਜਿਹੜੇ ਪੁਲ ਹੈਗੇ ਇਦਾਂ ਦੀ ਜਿਹੜੀ ਸਮੱਸਿਆ ਹਮਾਂਗੇ ਪੂਰੀਆਂ ਨਹੀਂ ਹੁੰਦੀਆਂ ਤਾਂ ਆਉਣ ਵਾਲੇ ਦਿਨਾਂ 'ਚ ਇਲੈਕਸ਼ਨਾਂ ਦਾ ਵੀ ਬਾਈਕਾਟ ਠੀਕ ਹੈ ਜਗਤ, ਬਹੁਤ ਬਹੁਤ ਧੰਨਵਾਦ ਪੂਰੀ ਜਾਣਕਾਰੀ ਲਈ। ਦਰਅਸਲ ਨਦੀ ਤੇ ਪੁਲ ਨਾ ਹੋਣ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ। ਪ੍ਰਸ਼ਾਸਨ ਦੀ ਆਪਣੇ ਆਪ ਦੇ ਨਲਾਇਕੀ ਹੈ ਕਿ ਅਜੇ ਹਾਦਸੇ ਜਿਹੜੇ ਉੱਥੇ ਲਗਾਤਾਰ ਵਾਪਰੇ ਨੇ, ਪਰ ਪ੍ਰਸ਼ਾਸਨ ਦੀ ਨੀਂਦ ਅਜੇ ਤੱਕ ਨਹੀਂ ਖੁੱਲੀ ਤੇ ਪੁਲ ਦੀ ਕੋਈ ਵੀ ਵਿਵਸਥਾ ਨਹੀਂ ਕੀਤੀ ਜਾ ਰਹੀ। ਇਹ ਬੰਦੇ ਨੇ ਪੱਥਰ ਹੋਣਾ